ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਹਾਲਾਤ ਕਿਵੇਂ ਦੇ ਸਨ। ਕਲਯੁਗ ਪਾਏ ਅਕਾਲ ਪਰਜੋਰਾ, ਪ੍ਰਗਟ ਪਏ ਅਗੋਗ ਅਘੋਰਾ। ਨਿਰਪਤ ਪੁਕਾਰ ਨ ਸੁਣ ਹੈ ਕਾਈ, ਕਾਜੀ ਰਿਸ਼ਵਤ ਬਸ ਅਧਕਾਈ। ਝੂਠੇ ਕੋ ਸਾਚਾ ਕਰ ਦੇਈ, ਸਤ ਨਿਆਉ ਕੋ ਨਾਉ ਨ ਲਈ। ਕੀਨੇ ਦਵਾਦਸ ਮਾਰਗ ਜੋਗੀ, ਭਾਉ ਭਗਤ ਬਿਨ ਭਏ ਬਿਯੋਗੀ। ਭਇਓ ਭਾਰ ਧਰ ਪਰ ਅਧਿਕ, ਧਰਮ ਧਰਤ ਨਹੀਂ ਧੀਰ। ਭਾਉ ਭਗਤ ਨੇ ਜਗਤ ਮੈਂ, ਬਿਕਲ ਪਈ ਪੈ ਭੀਰ। ਏਕ ਓੰਕਾਰ ਅਰਾਧਨ ਕੀਨਾ, ਪੰਡਤ ਬੇਨਤੀ ਪਈ ਅਧੀਨਾ। ਕਲਮਲ ਕਲ ਕੇ ਕਾਲ ਵਿਥਾਰਾ, ਅਬੈ ਭਾਰ ਨ ਜਾਏ ਸੰਭਾਰਾ। ਅਤ ਦੁਸ਼ਟਰ ਦੁਖ ਵੇਲਾ ਭਇਓ, ਬਿਨ ਅਵਲੰਬ ਜਾਤ ਨ ਰਹਿਓ। ਇਸ ਧਰਤੀ ਦੇ ਉੱਤੇ ਜ਼ੁਲਮਾਂ ਦਾ, ਝੂਠ ਦਾ ਬੜਾ ਭਾਰ ਹੋ ਗਿਆ ਔਰ ਫਿਰ ਧਰਤੀ ਨੇ ਪਰਮੇਸ਼ਰ ਅੱਗੇ ਪੁਕਾਰ ਕੀਤੀ। ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਇਸ ਧਰਤ ਦੀ ਪੁਕਾਰ ਨੂੰ ਪਰਮੇਸ਼ਰ ਨੇ ਸੁਣਿਆ ਤੇ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਹੁਣ ਉਸ ਸਮੇਂ ਦੇ ਜਿਹੜੇ ਹਾਲਾਤ ਸਨ ਉਹ ਇਸ ਤਰ੍ਹਾਂ ਸਨ, ਜਿਨ੍ਹੇ ਸੱਚ ਦੀ ਗੱਲ ਕਰਨੀ, ਜਿਨ੍ਹੇ ਨਿਆਂ ਕਰਨਾ ਸੀ, ਉਹ ਰਿਸ਼ਵਤ ਲੈ ਕੇ ਤੇ ਝੂਠੇ ਨੂੰ ਸੱਚਾ ਕਰ ਦਿੰਦਾ ਸੀ ਤੇ ਸੱਚੇ ਨੂੰ ਝੂਠਾ ਕਰ ਦਿੰਦਾ ਸੀ। ਜਿਹੜਾ ਰਾਜਾ ਸੀ ਉਹ ਕਿਸੇ ਦੀ ਪੁਕਾਰ ਹੀ ਨਹੀਂ ਸੀ ਸੁਣਦਾ। ਨਿਰਪਤ ਪੁਕਾਰ ਨਾ ਸੁਣ ਹੈ ਕਾਈ, ਕਾਜੀ ਰਿਸ਼ਵਤ ਬਸ ਅਧਕਾਈ। ਅਸਲ ਦੇ ਵਿੱਚ ਜਿਹੜਾ ਨਿਆਂ ਦਾ, ਇਨਸਾਫ ਦਾ ਕੰਮ ਸੀ, ਇਹ ਖਲੀਫਿਆਂ ਦੇ ਹੱਥ ਦੇ ਵਿੱਚ ਸੀ। ਇੱਥੇ ਹੁਣ ਕਾਜੀ ਲਫ਼ਜ਼ ਆਇਆ ਹੈ। ਭਾਵੇਂ ਕਾਜੀ ਹੈ, ਭਾਵੇਂ ਜੋਗੀ ਹੈ, ਭਾਵੇਂ ਬ੍ਰਾਹਮਣ ਹੈ ਤੇ ਭਾਵੇਂ ਕੋਈ ਹੋਰ ਹੈ। ਜਦੋਂ ਕੋਈ ਆਪਣੇ ਧਰਮ ਦੇ ਅਨੁਸਾਰ, ਆਪਣੇ ਅਹੁਦੇ ਦੇ ਅਨੁਸਾਰ ਕੋਈ ਕੰਮ ਨਹੀਂ ਕਰਦਾ ਤਾਂ ਸੰਸਾਰ ਉਹਦੇ ਉੱਤੇ ਕਿੰਤੂ ਜ਼ਰੂਰ ਕਰਦਾ, ਉਂਗਲ ਜ਼ਰੂਰ ਚੁੱਕਦਾ ਹੈ, ਕਿਉਂਕਿ ਜਿਹੜਾ ਅਹੁਦਾ ਹੈ ਉਹ ਕੁਛ ਹੋਰ ਹੈ, ਪਰ ਅਹੁਦੇ ਦੇ ਅਨੁਸਾਰ ਉਹ ਕੰਮ ਨਹੀਂ ਕਰਦਾ। ਅਸਲ ਦੇ ਵਿੱਚ ਜਿਹੜਾ ਕਾਜੀ ਲਫ਼ਜ਼ ਹੈ, ਕਾਜੀ ਲਫ਼ਜ਼ ਇਸ ਤਰ੍ਹਾਂ ਬਣਿਆ। ਸ਼ੁਰੂ ਵਿੱਚ ਨਿਆਂ ਦਾ ਕੰਮ, ਇਨਸਾਫ ਦਾ ਕੰਮ ਖਲੀਫਿਆਂ ਦੇ ਹੱਥ ਦੇ ਵਿੱਚ ਸੀ ਤੇ ਇਸਲਾਮਿਕ ਵਿਸਤਾਰ ਹੋਣ ਕਰਕੇ ਸਭ ਤੋਂ ਪਹਿਲਾਂ ਹਜ਼ਰਤ ਉਮਰ ਨੇ ਸਨ 634 ਤੋਂ 644 ਤੱਕ, ਜਿਵੇਂ ਹੁਣ 2022 ਹੈ, ਕੁਛ ਕਾਜੀ ਨਿਆਂ ਅਧਿਕਾਰੀ ਨਿਯੁਕਤ ਕੀਤੇ ਕਿ ਤੁਹਾਡਾ ਇਹ ਕੰਮ ਹੋਏਗਾ, ਤੁਸੀਂ ਇਹ ਦੱਸਣਾ ਹੈ ਭਈ ਸੱਚ ਕੀ ਹੈ ਤੇ ਝੂਠ ਕੀ ਹੈ, ਸਜ਼ਾ ਕੀ ਦੇਣੀ ਹੈ, ਇਹ ਬਾਦਸ਼ਾਹ ਆਪ ਦੇਗਾ, ਰਾਜਾ ਆਪ ਦੇਗਾ। ਤਾਂ ਕਾਜ਼ੀਆਂ ਲਈ ਇਹ ਹਦਾਇਤਾਂ ਸਨ। ਜਿਨ੍ਹੇ ਨਿਆਂ ਕਰਨਾ, ਜਿਨ੍ਹੇ ਇਨਸਾਫ ਕਰਨਾ, ਉਹਦੇ ਲਈ ਇਹ ਹਦਾਇਤਾਂ ਸਨ ਕਿ ਉਹ ਆਪਣੇ ਬਚਨ ਦੀ ਪਾਲਣਾ ਕਰੇ, ਇਨਸਾਫ ਨੂੰ ਅੱਖੋਂ ਓਲੇ ਨਾ ਕਰਨ ਤੇ ਪੱਖਪਾਤ ਨਾ ਕਰਨ। ਇਹ ਨਹੀਂ ਵੀ ਜੇ ਕੋਈ ਮੇਰਾ ਹੈ ਤੇ ਮੈਂ ਝੂਠੇ ਨੂੰ ਸੱਚਾ ਕਰ ਦਿਆਂ, ਤੇ ਜੇਕਰ ਕੋਈ ਮੇਰਾ ਨਹੀਂ ਤੇ ਮੈਂ ਸੱਚੇ ਨੂੰ ਝੂਠਾ ਕਰ ਦਿਆਂ, ਐਸਾ ਨਹੀਂ ਕਰਨਾ। ਇਹ ਹਦਾਇਤਾਂ ਸਨ। ਪਰ ਸਮੇਂ ਦੇ ਨਾਲ ਇਹਨਾਂ ਨੂੰ ਆਪਣੀਆਂ ਹਦਾਇਤਾਂ, ਇਹ ਸਾਰਾ ਕੁਝ ਭੁੱਲ ਗਿਆ। ਕਾਜੀ ਰਿਸ਼ਵਤ ਬਸ ਅਧਕਾਈ। ਔਰ ਜਿਸ ਰਾਜੇ ਨੇ ਪ੍ਰਜਾ ਦੀ ਰਾਖੀ ਕਰਨੀ ਸੀ, ਉਹ ਰਾਜਾ ਹੀ ਪ੍ਰਜਾ ਨੂੰ ਖਾਣ ਲੱਗ ਪਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ, ਕਲ ਆਈ ਕੁੱਤੇ ਮੂੰਹੀ, ਖਾਜ ਹੁਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਮਦੇ, ਉਲਟੀ ਵਾੜ ਖੇਤ ਪਉ ਖਾਈ। ਜਿਹੜੇ ਰਾਜੇ ਸਨ ਉਹ ਪਾਪ ਕਮਾਉਣ ਲੱਗ ਪਏ। ਜਿਹੜੀ ਵਾੜ ਨੇ ਰਾਖੀ ਕਰਨੀ ਸੀ, ਉਹ ਵਾੜ ਹੀ ਖੇਤ ਨੂੰ ਖਾਣ ਲੱਗ ਪਈ। ਔਰ ਇਸ ਤੋਂ ਅੱਗੇ ਕਹਿੰਦੇ, ਝੂਠੇ ਕੋ ਸਾਚਾ ਕਰ ਦੇਈ, ਸਤ ਨਿਆਉ ਕੋ ਨਾਉ ਨਾ ਲਈ। ਝੂਠੇ ਨੂੰ ਸੱਚਾ ਕਰ ਦਿੰਦੇ ਨੇ ਤੇ ਸੱਚ ਦੇ ਕਿਤੇ ਨੇੜੇ ਤੇੜੇ ਵੀ ਨਾ ਰਹਿ ਗਿਆ। ਕੀਨੇ ਦਵਾਦਸ ਮਾਰਗ ਜੋਗੀ, ਭਾਉ ਭਗਤ ਬਿਨ ਭਏ ਬਿਯੋਗੀ। ਹੁਣ ਉਸ ਤੋਂ ਬਾਅਦ ਗੱਲ ਆਉਂਦੀ ਹੈ ਜੋਗੀਆਂ ਦੀ। ਦਵਾਦਸ ਕਹਿੰਦੇ ਦਵਾ 10, 10 ਤੇ 2 12। ਜੋਗੀਆਂ ਦੇ 12 ਫਿਰਕੇ ਨੇ। ਭਾਉ ਭਗਤ ਬਿਨ ਭਏ ਬਿਯੋਗੀ। ਵੇਖਣ ਵਿੱਚ ਪਹਿਰਾਵਾ ਧਰਮ ਦਾ ਹੈ, ਪਹਿਰਾਵਾ ਜੋਗੀਆਂ ਵਾਲਾ ਹੈ। ਚੰਗੀ ਗੱਲ ਹੈ, ਸਭ ਸਤਿਕਾਰਯੋਗ ਨੇ ਜੋ ਕੋਈ ਕਿਸੇ ਨੂੰ ਮੰਨਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਦੇ ਅੰਦਰ ਭਾਵੇਂ ਕਿਸੇ ਨੇ ਕੋਈ ਵੀ ਧਰਮ ਦੇ ਨਾਲ ਕਿਸੇ ਦਾ ਸੰਬੰਧ ਹੈ, ਇੱਥੇ ਜੋ ਕੋਈ ਕਿਸੇ ਨੂੰ ਮੰਨਦਾ ਸਭ ਦਾ ਸਤਿਕਾਰ ਹੈ। ਇੱਕ ਗੁਰਸਿੱਖ ਦੀ ਗੱਲ ਵੀ ਹੈ, ਦੂਜਿਆਂ ਦੀ ਗੱਲ ਵੀ ਹੈ। ਜਦੋਂ ਬੰਦੇ ਨੇ ਜਿਵੇਂ ਦਾ ਪਹਿਰਾਵਾ ਪਾਇਆ, ਉਵੇਂ ਦੇ ਕਰਮ ਨੇ ਜਿਹੜੇ ਉਹ ਨਹੀਂ ਕਰਦਾ, ਤਾਂ ਮਹਾਰਾਜ ਉੱਥੇ ਉਹਨੂੰ ਤਾੜਨਾ ਕਰਦੇ ਨੇ, ਉਹਨੂੰ ਸਮਝਾਉਂਦੇ ਨੇ
ਵੀ ਤੂੰ ਆਪਣੇ ਜਿਹੜੇ ਕਰਮ ਨੇ ਉਹਦੇ ਦੇ ਅਨੁਸਾਰ ਨਹੀਂ ਕਰ ਰਿਹਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿੰਨੇ ਵੀ ਧਾਰਮਿਕ ਸਥਾਨਾਂ ਤੇ ਮਹਾਰਾਜ ਜੀ ਗਏ, ਉਦਾਸੀਆਂ ਕੀਤੀਆਂ, ਪ੍ਰਚਾਰ ਕੀਤਾ, ਉਹਦਾ ਇੱਕ ਹੀ ਕਾਰਨ ਸੀ, ਧਰਮੀ ਬੰਦਿਆਂ ਕੋਲ ਮਹਾਰਾਜ ਸਭ ਤੋਂ ਵੱਧ ਗਏ। ਜਿਨ੍ਹਾਂ ਧਾਰਮਿਕ ਸਥਾਨਾਂ ਤੇ ਅਤੇ ਧਰਮੀ ਬੰਦਿਆਂ ਕੋਲ ਗਏ ਨੇ, ਇਹਨਾਂ ਮਹਾਰਾਜ ਜੀ ਆਮ ਗ੍ਰਸਤੀ ਲੋਕਾਂ ਕੋਲ ਨਹੀਂ ਗਏ। ਉਹਦਾ ਇੱਕ ਹੀ ਕਾਰਨ ਸੀ ਵੀ ਜਿੰਨੇ ਜੇ ਤੂੰ ਪਹਿਰਾਵਾ ਧਰਮ ਦਾ ਪਾਇਆ ਹੈ ਨਾ, ਕਰਮ ਧਰਮ ਦੇ ਕਰਨਾ ਹੈ, ਤੇ ਫਿਰ ਤੂੰ ਸੱਚਾ ਧਰਮੀ ਹੋ ਜਾ, ਭਾਵੇਂ ਤੂੰ ਕਿਸੇ ਨੂੰ ਵੀ ਮੰਨਦਾ ਹੈ। ਜਿਸ ਧਰਮ ਦਾ ਓਟ ਅਸਤਰਾ ਲੈ ਕੇ ਤੂੰ ਆਪਣਾ ਗੁਜ਼ਾਰਾ ਕਰਨਾ ਹੈ, ਆਪਣਾ ਕੰਮ ਚਲਾਉਣਾ ਹੈ, ਦਾਲ ਫੁਲਕਾ ਛਕਦਾ ਹੈ, ਜਿਹਦਾ ਤੂੰ ਪਹਿਰਾਵਾ ਪਾਇਆ ਹੈ, ਆਪਣਾ ਜੀਵਨ ਵੀ ਉਵੇਂ ਦਾ ਕਰ ਲੈ। ਮਹਾਰਾਜ ਜੀ ਨੇ ਇਹ ਕਿਰਪਾ ਕੀਤੀ। ਤਾਂ ਇੱਥੇ ਜਦੋਂ ਜੋਗੀਆਂ ਦੀ ਗੱਲ ਆਉਂਦੀ ਹੈ, ਕਿੰਨੇ ਦਵਾਦਸ ਮਾਰਗ ਜੋਗੀ, ਜੋਗੀਆਂ ਦੇ ਦਵਾਦਸ 12 ਫਿਰਕੇ 12 ਪੰਥ ਨੇ, ਔਰ ਉਹਨਾਂ 12 ਪੰਥਾਂ ਦੇ ਵਿੱਚੋਂ ਇੱਕ ਪੰਥ ਹੈ ਆਈ ਪੰਥੀ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਈ ਪੰਥੀ ਮੇਨ ਪੰਥ ਸੀ। ਬਾਕੀ 11 ਜੋ ਕੁਛ ਕਹਿੰਦੇ ਨੇ, ਆਈ ਪੰਥ ਮੰਨੇ ਭਾਵੇਂ ਨਾ ਮੰਨੇ, ਪਰ ਜੋ ਆਈ ਪੰਥ ਕਵੇਗਾ ਉਹ ਸਾਰਿਆਂ ਨੂੰ ਮੰਨਣਾ ਹੀ ਪਵੇਗਾ। ਮਹਾਰਾਜ ਨੇ ਕਿਰਪਾ ਕੀਤੀ ਕਿ ਜਿਸ ਤਰ੍ਹਾਂ ਤੁਸੀਂ ਜੋਗੀ ਆਪਸ ਦੇ ਵਿੱਚ ਆਹੀ ਪੰਥ ਵਾਲੇ ਇੱਕ ਦੂਜੇ ਦਾ ਸਤਿਕਾਰ ਕਰਦੇ, ਇੱਕ ਜਮਾਤ ਸਮਝਦੇ ਹੋ ਵੀ ਇਹ ਬੰਦਾ ਸਾਡੇ ਪੰਥ ਦਾ ਹੈ, ਸਾਡੇ ਮਾਰਗ ਦਾ, ਸਾਡੇ ਧਰਮ ਦਾ, ਸਾਡੇ ਮਜ਼ਹਬ ਦਾ ਹੈ। ਇਸੇ ਤਰ੍ਹਾਂ ਸਾਰੀ ਜਿਹੜੀ ਸ੍ਰਿਸ਼ਟੀ ਹੈ ਨਾ, ਪਰਮੇਸ਼ਰ ਪਰਮਾਤਮਾ ਦੀ ਪੈਦਾ ਕੀਤੀ ਹੋਈ, ਇਹ ਵੀ ਇੱਕ ਜਮਾਤ ਹੈ। ਸਾਰਿਆਂ ਨਾਲ ਪ੍ਰੇਮ ਇਸ ਤਰ੍ਹਾਂ ਕਰੋ ਜਿਵੇਂ ਤੁਸੀਂ ਆਪਣੀ ਜਮਾਤ ਦੇ ਲੋਕਾਂ ਨਾਲ ਕਰਦੇ ਹੋ। ਤਾਂ ਜੋ 12 ਪੰਥ ਸਨ, ਉਹ 12 ਪੰਥ ਇਹ ਸਨ: ਸਤਿਆਨਾਥੀ, ਧਰਮਨਾਥੀ, ਰਾਮ ਪੰਥ, ਨਟੇਸ਼ਵਰੀ, ਕਨਲ, ਕਪਲਾਨੀ, ਵੈਰਾਗੀ, ਮਾਨਨਾਥੀ, ਆਈ ਪੰਥ, ਪਾਗਲ ਪੰਥ, ਧੱਜ ਪੰਥ ਅਤੇ ਗੰਗਾਨਾਥੀ। ਜੋਗੀਆਂ ਦੇ ਇਹ 12 ਪੰਥ ਸਨ। ਉਸ ਤੋਂ ਅੱਗੇ ਗੱਲ ਆ ਗਈ ਪੰਡਤ ਦੀ। ਹੁਣ ਪੰਡਤ ਸੰਸਕ੍ਰਿਤ ਭਾਸ਼ਾ ਦਾ ਲਫ਼ਜ਼ ਹੈ। ਪੰਡਤ ਬ੍ਰਾਹਮਣ ਨੂੰ ਨਹੀਂ ਕਹਿੰਦੇ, ਪੰਡਤ ਕਹਿੰਦੇ ਨੇ ਵਿਦਵਾਨ ਨੂੰ। ਪੰਡਤ ਹੋਰ ਗੱਲ ਹੈ, ਬ੍ਰਾਹਮਣ ਹੋਰ ਗੱਲ ਹੈ। ਪੰਡਤ ਕਹਿੰਦੇ ਵਿਦਵਾਨ ਨੂੰ। ਸੰਸਕ੍ਰਿਤ ਭਾਸ਼ਾ ਦੇ ਇਸ ਸ਼ਬਦ ਦੇ ਅਰਥ ਨੇ ਵਿਦਵਾਨ। ਔਰ ਵਿਆਸ ਸਿਮਰਤੀ ਵਿੱਚ ਲਿਖਿਆ ਹੈ ਪੰਡਤ ਕਿਹਨੂੰ ਕਹਿੰਦੇ ਨੇ, ਵਿਦਵਾਨ ਕਿਹਨੂੰ ਕਹਿੰਦੇ ਨੇ। ਉੱਥੇ ਜ਼ਿਕਰ ਆਉਂਦਾ ਹੈ, ਇੰਦਰੀ ਜਇਆ ਯੇ ਸੂਰਾ ਧਰਮ ਚਰਿਤ ਪੰਡਤਾ। ਪੰਡਤ ਉਹਨੂੰ ਕਹਿੰਦੇ ਨੇ ਜਿਹੜਾ ਆਪਣੀਆਂ ਇੰਦਰੀਆਂ ਨੂੰ, ਆਪਣੇ ਆਪ ਨੂੰ ਗਿਆਨ ਦੇ ਲਵੇ, ਇਹਨਾਂ ਅੱਖਾਂ ਨੂੰ ਗਿਆਨ ਦੇ ਲਵੇ। ਇਹਨਾਂ ਅੱਖਾਂ ਨੇ ਮਾੜਾ ਨਹੀਂ ਵੇਖਣਾ। ਇਹਨਾਂ ਕੰਨਾਂ ਨੂੰ ਗਿਆਨ ਦੇ ਲਵੇ, ਇਹਨਾਂ ਕੰਨਾਂ ਨੇ ਮਾੜਾ ਨਹੀਂ ਸੁਣਨਾ। ਇਹਨਾਂ ਹੱਥਾਂ ਨੂੰ ਗਿਆਨ ਦੇ ਲਵੇ, ਇਹਨਾਂ ਹੱਥਾਂ ਨੇ ਮਾੜਾ ਨਹੀਂ ਕਰਨਾ। ਪੈਰਾਂ ਨੂੰ ਗਿਆਨ ਦੇ ਲਵੇ, ਪੈਰਾਂ ਨੇ ਮਾੜੇ ਰਾਹ ਤੇ ਨਹੀਂ ਚੱਲਣਾ। ਆਪਣੇ ਆਪ ਨੂੰ ਸਾਧ ਲਵੇ, ਆਪਣੇ ਆਪ ਨੂੰ ਵਸ ਵਿੱਚ ਕਰ ਲੈ, ਆਪਣੇ ਆਪ ਨੂੰ ਗਿਆਨ ਦੇ ਲਵੇ। ਔਰ ਮਹਾਰਾਜ ਦੀ ਬਾਣੀ ਆਪਾਂ ਪੜ੍ਹਦੇ ਹਾਂ, ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ। ਉਹਦੇ ਤੋਂ ਵੱਡਾ ਪੰਡਤ, ਉਹਦੇ ਤੋਂ ਵੱਡਾ ਗਿਆਨਵਾਨ, ਉਸ ਤੋਂ ਵੱਡਾ ਵਿਦਵਾਨ ਕੋਈ ਨਹੀਂ, ਜਿਹਨੇ ਆਪਣੇ ਮਨ ਨੂੰ ਸਿੱਖਿਆ ਦੇ ਲਈ। ਜਿਹਨੂੰ ਆਪਣੇ ਮਨ ਨੂੰ ਸਿੱਖਿਆ ਦੇਣੀ ਆ ਗਈ। ਦੂਜੇ ਨੂੰ ਮੱਤ ਦੇਣੀ, ਸਿੱਖਿਆ ਦੇਣੀ ਬੜੀ ਆਸਾਨ ਹੈ। ਸਭ ਤੋਂ ਔਖਾ ਕੰਮ ਕੀ ਹੈ? ਆਪਣੇ ਆਪ ਨੂੰ, ਆਪਣੇ ਮਨ ਨੂੰ ਸਿੱਖਿਆ ਦੇਣੀ। ਤਾਂ ਪੰਡਤ ਕਹਿੰਦੇ ਨੇ ਜਿਹਨੇ ਆਪਣੇ ਆਪ ਨੂੰ ਗਿਆਨ ਦੇ ਲਿਆ, ਜਿਸਨੇ ਆਪਣੇ ਆਪ ਨੂੰ ਸਿੱਧੇ ਰਾਹ ਉੱਤੇ ਪਾ ਲਿਆ। ਦੂਜੇ ਨੂੰ ਗਿਆਨ ਦੇਣਾ ਸੌਖਾ ਹੈ, ਪਰ ਆਪਣੇ ਮਨ ਨੂੰ ਗਿਆਨ ਦੇਣਾ ਬੜਾ ਔਖਾ। ਜਿਹਨੂੰ ਮਹਾਰਾਜ ਜੀ ਨੇ ਕਿਹਾ, ਮਨ ਜੀਤੈ ਜਗ ਜੀਤ। ਤਾਂ ਇਸ ਤਰ੍ਹਾਂ ਕਾਜੀ ਦੀ ਗੱਲ ਹੋ ਗਈ, ਜੋਗੀ ਦੀ ਗੱਲ ਹੋ ਗਈ, ਪੰਡਤ ਦੀ ਗੱਲ ਹੋ ਗਈ। ਅਰਬੀ ਭਾਸ਼ਾ ਦਾ ਲਫ਼ਜ਼ ਹੈ ਕਜ਼ਾ। ਕਜ਼ਾ ਕਹਿੰਦੇ ਨਿਆਂ ਨੂੰ, ਇਨਸਾਫ, ਜਸਟਿਸ। ਤਾਂ ਕਜ਼ਾ ਤੋਂ ਕਾਜੀ ਬਣਿਆ ਹੈ, ਨਿਆਂ ਕਰਨ ਵਾਲਾ, ਇਨਸਾਫ ਕਰਨ ਵਾਲਾ। ਔਰ ਉਸ ਤੋਂ ਬਾਅਦ ਧਰਮ ਦਾ ਪਹਿਰਾਵਾ ਤੇ ਪਾਇਆ ਹੈ ਜੋਗੀ ਨੇ, ਪਰ ਉਸ ਦੇ ਜਿਹੜਾ ਅੰਦਰ ਹੈ ਨਾ, ਉਸ ਤਰ੍ਹਾਂ ਦਾ ਜੀਵਨ ਨਹੀਂ ਹੈ ਜਿਵੇਂ ਦਾ ਉਹ ਬਾਹਰੋਂ ਦਿਸਦਾ ਹੈ। ਜਿਹੜਾ ਪੰਡਤ ਹੈ ਉਹ ਦੂਜਿਆਂ ਨੂੰ ਤੇ ਗਿਆਨ ਬਹੁਤ ਦਿੰਦਾ ਹੈ, ਪਰ ਆਪਣੇ ਮਨ ਨੂੰ ਉਹਨੇ ਜਿਹੜਾ ਗਿਆਨ ਹੈ ਨਾ, ਉਹ ਨਹੀਂ ਦਿੱਤਾ। ਤਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਹੁੰਦਾ ਹੈ, ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਦੇ ਜਿਹੜੇ ਹਾਲਾਤ ਨੇ, ਨਿਰਪਤ ਪੁਕਾਰ ਨਾ ਸੁਣ ਹੈ ਕਾਈ, ਕਾਜੀ ਰਿਸ਼ਵਤ ਬਸ ਅਧਕਾਈ। ਝੂਠੇ ਕੋ ਸਾਚਾ ਕਰ ਦੇਈ, ਸਤ ਨਿਆਉ ਕੋ ਨਾਉ ਨ ਲਈ। ਕਿੰਨੇ ਦਵਾਦਸ ਮਾਰਗ ਜੋਗੀ, ਭਾਉ ਭਗਤ ਬਿਨ ਪਹਿ ਬਿਯੋਗੀ।
ਪਹਿਰਾਵਾ ਧਰਮ ਦਾ ਹੋਣਾ ਚੰਗੀ ਗੱਲ ਹੈ, ਪਰ ਉਸ ਤੋਂ ਵੀ ਜ਼ਰੂਰੀ ਹੈ ਵੀ ਉਸ ਪਹਿਰਾਵੇ ਪਾਉਣ ਵਾਲੇ ਦੇ ਅੰਦਰ ਭਗਤੀ ਵੀ ਹੋਣੀ ਚਾਹੀਦੀ ਹੈ। ਤਾਂ ਇੱਕ ਅਗਾਂਹ ਗੱਲ ਇਹ ਆਉਂਦੀ ਹੈ, ਮੂੰਡ ਮੁੰਡਾਵੇ ਹੋਏ ਸੰਨਿਆਸੀ ਦਰਬ ਨਾਰ ਮੈਂ ਰਿਦਾ ਦੁਰਾਸੀ। ਜਿਹੜੇ ਸੰਨਿਆਸੀ ਹੈ, ਸੰਨਿਆਸੀਆਂ ਦੇ 10 ਫਿਰਕੇ ਨੇ। ਚਲੋ ਉਹਨਾਂ ਮੁੰਡਨ ਕਰਾਇਆ, ਆਪਣਾ ਜਿਹੜਾ ਰਹਿਤ ਬੈਤ ਕੀਤੀ, ਪਰ ਉਹਨਾਂ ਦਾ ਹਿਰਦਾ ਜਿਹੜਾ ਉਹ ਜਿਵੇਂ ਦਾ ਪਹਿਰਾਵਾ ਹੈ ਉਵੇਂ ਦੇ ਹਿਰਦਾ ਨਹੀਂ ਹੈ। ਜੋ ਬਾਹਰੋਂ ਧਰਮੀ ਨਜ਼ਰ ਆਉਂਦਾ ਉਹਦੇ ਅੰਦਰ ਉਵੇਂ ਦਾ ਧਰਮ ਨਹੀਂ। ਸੰਨਿਆਸੀਆਂ ਦੇ 10 ਫਿਰਕੇ ਨੇ, ਤੀਰਥ, ਆਸ਼ਰਮ, ਵਣੀ। ਇਹ ਤੀਰਥ ਮਤਲਬ ਜਿਹੜੇ ਤੀਰਥਾਂ ਤੇ ਰਹਿੰਦੇ ਨੇ, ਫਿਰ ਜਿਹੜੇ ਆਸ਼ਰਮ ਚ ਰਹਿੰਦੇ ਨੇ, ਫਿਰ ਜਿਹੜੇ ਜੰਗਲਾਂ ਚ ਰਹਿੰਦੇ ਨੇ, ਇਹ ਸਾਰਾ ਇਹਦਾ ਇਹ ਮਤਲਬ ਹੈ। 10 ਫਿਰਕੇ ਨੇ ਸੰਨਿਆਸੀਆਂ ਦੇ, ਤੀਰਥ, ਆਸ਼ਰਮ, ਵਣੀ, ਅਰण्य, ਗਿਰ, ਪਰਬਤ, ਸਾਗਰ, ਸਰਸਵਤੀ, ਭਾਰਤੀ, ਪੁਰੀ। ਹੁਤੀ ਬਾਰਖ ਬਾਰ ਨਿਰਪਾਲਾ, ਪਰਜਾ ਖੇਤ ਕੋ ਖਾਤ ਘੁਟਾਲਾ। ਕੋਈ ਵੀ ਆਪਣੇ ਇਖਲਾਕ ਦੇ ਉੱਤੇ ਕਾਇਮ ਨਾ ਰਹਿ ਗਿਆ। ਜੇਕਰ ਸਮਾਜਿਕ ਹਾਲਾਤ ਨੇ ਉਹ ਵੀ ਬੜੇ ਮਾੜੇ ਨੇ, ਜੇ ਰਾਜਨੀਤਿਕ ਹਾਲਾਤ ਨੇ ਤੇ ਉਹ ਵੀ ਬੜੇ ਮਾੜੇ ਨੇ, ਜੇ ਧਾਰਮਿਕ ਹਾਲਾਤ ਨੇ ਤੇ ਉਹ ਵੀ ਬੜੇ ਮਾੜੇ ਨੇ। ਮਹਾਰਾਜ ਜੀ ਨੇ ਤਿੰਨਾਂ ਪੱਖਾਂ ਨੂੰ ਹੀ ਇਕੱਠਿਆਂ ਲੈ ਕੇ ਚੱਲੇ। ਹੁਣ ਧਰਤੀ ਉੱਤੇ ਜਿਹੜਾ ਭਾਰ ਹੈ ਉਹ ਬੜਾ ਹੋ ਗਿਆ। ਜੇ ਤੇ ਕੋਈ ਰੱਬ ਦਾ ਨਾਂ ਲੈਂਦਾ ਹੈ, ਰੱਬ ਦੀ ਕੋਈ ਉਸਤਤ ਕਰਦਾ ਤੇ ਉੱਚ ਜਾਤੀਆ ਜਾ ਕੇ ਬ੍ਰਾਹਮਣ ਫਰਿਆਦੀ ਹੋ ਜਾਂਦਾ ਹੈ। ਬਾਦਸ਼ਾਹ ਸਿਕੰਦਰ ਲੋਧੀ ਦੇ ਕੋਲ ਜੀ ਕਬੀਰ ਸਾਹਿਬ ਦੀ ਤੇ ਜਾਤ ਨੀਵੀਂ ਹੈ, ਇਹ ਰੱਬ ਰੱਬ ਕਰਦਾ ਹੈ ਤੇ ਕਰ ਨਹੀਂ ਸਕਦਾ, ਇਹ ਤੇ ਸਾਡਾ ਕੰਮ ਹੈ। ਔਰ ਕਬੀਰ ਸਾਹਿਬ ਨੇ ਆਪਣੀ ਬਾਣੀ ਵਿੱਚ ਦੱਸਿਆ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਕਹਿੰਦੇ ਮੈਂ ਤੇ ਕੋਈ ਅਪਰਾਧ ਕੋਈ ਮਾੜਾ ਨਹੀਂ ਸੀ ਕੀਤਾ, ਮੇਰੇ ਸਰੀਰ ਦੀ ਪੋਟਲੀ ਬਣ ਦਿੱਤੀ ਗਈ। ਜਿਵੇਂ ਆਪਾਂ ਪੱਠਿਆਂ ਦੀ ਪੰਡ ਬਣਨੇ ਆ, ਪੋਟਲੀ ਬਣ ਕੇ ਮੁਹਾਵਤ ਨੂੰ ਕਿਹਾ ਬਈ ਹਾਥੀ ਭਜਾ ਕੇ ਲਿਆ ਤੇ ਕਬੀਰ ਸਾਹਿਬ ਦੇ ਸਰੀਰ ਨੂੰ ਕੁਚਲਦਾ। ਪਰ ਹਾਥੀ ਜਦੋਂ ਭਜਦਾ ਆਇਆ, ਨੇੜੇ ਆ ਕੇ ਹਾਥੀ ਨੇ ਉਹ ਪੋਟਲੀ ਚੁੱਕ ਲਈ ਤੇ ਚੁੱਕ ਕੇ ਸੁੰਡ ਦੇ ਨਾਲ ਆਪਣੇ ਮੱਥੇ ਨੂੰ ਲਾਂਦਾ ਹੈ। ਹਾਥੀ ਨੂੰ ਪਤਾ ਲੱਗ ਗਿਆ ਵੀ ਇਹ ਕੋਈ ਰੱਬ ਦਾ ਭਗਤ ਹੈ। ਕਬੀਰ ਸਾਹਿਬ ਨੂੰ ਇਹ ਕੋਈ ਰੱਬ ਦਾ ਭਗਤ ਹੈ। ਬੁੱਝੀ ਨਹੀਂ ਕਾਜੀ ਅੰਧਿਆਰ ਹੈ, ਪਰ ਅੰਨੇ ਕਾਜੀ ਨੂੰ ਪਤਾ ਨਹੀਂ ਲੱਗਾ ਵੀ ਮੈਂ ਇਹ ਕੀ ਕਰ ਰਿਹਾ ਹਾਂ। ਤਾਂ ਇਸ ਤਰ੍ਹਾਂ ਇਹ ਧਰਤੀ ਦੇ ਉੱਤੇ ਇਹ ਭਾਰ ਸੀ। ਭਇਓ ਭਾਰ ਧਰ ਪਰ ਅਧਿਕ, ਧਰਮ ਧਰਤ ਨਹਿ ਧੀਰ। ਧਰਤੀ ਤੇ ਭਾਰ ਬੜਾ ਹੋ ਗਿਆ। ਜਿਹੜਾ ਧਰਮ ਸੀ, ਜਿਹੜੇ ਧਰਮੀ ਸਨ ਉਹ ਬਹੁਤ ਘਟ ਗਏ। ਭਾਉ ਭਗਤ ਨੈ ਜਗਤ ਮੈਂ, ਬਿਕੁਲ ਭਈ ਪੈ ਪੀਰ। ਕੋਈ ਪ੍ਰੇਮਾ ਭਗਤੀ ਸੰਸਾਰ ਦੇ ਵਿੱਚ ਰਹਿ ਨਾ ਗਈ। ਫਿਰ ਧਰਤੀ ਨੇ ਪੁਕਾਰ ਕੀਤੀ ਪਰਮੇਸ਼ਰ ਅੱਗੇ, ਹੈ ਪ੍ਰਮਾਤਮਾ ਜੀ ਕੋਈ ਐਸਾ ਭੇਜੋ ਜਿਹੜਾ ਸਹਾਰਾ ਦੇਵੇ ਮੈਨੂੰ ਡਿੱਗਦੀ ਨੂੰ, ਮੈਨੂੰ ਡੋਲਦੀ ਨੂੰ। ਅੱਜ ਤੱਕ ਆਏ ਤੇ ਬੜੇ, ਜਿਹੜਾ ਵੀ ਆਇਆ ਸਾਰੇ ਆਪੋ ਆਪਣਾ ਨਾਂ ਜਪਾ ਕੇ ਚਲੇ ਗਏ। ਤੁਹਾਡਾ ਨਾਮ ਤੇ ਇੱਥੇ ਆ ਕੇ ਕਿਸ ਨੇ ਜਪਾਇਆ ਹੀ ਨਹੀਂ। ਕਲਮਲ ਕਲ ਕੇ ਕਾਲ ਬਿਥਾਰਾ, ਅਬੈ ਭਾਰ ਨਾ ਜਾਏ ਸੰਭਾਰਾ। ਹੁਣ ਕੰਮ ਡਾਵਾਂ ਡੋਲ ਹੋ ਗਿਆ, ਭਾਰ ਸੰਭਾਲਿਆ ਨਹੀਂ ਜਾਂਦਾ। ਅਤ ਦੁਸ਼ਟਰ ਦੁਖ ਵੇਲਾ ਭਇਓ, ਬਿਨ ਅਵਲੰਬ ਜਾਤ ਨਾ ਰਹਿਓ। ਹੁਣ ਸਹਾਰੇ ਤੋਂ ਬਿਨਾ ਮੇਰਾ ਟਿਕਣਾ ਬੜਾ ਔਖਾ ਹੈ। ਏਕੰਕਾਰ ਬਿਨਾ ਸੁਣ ਲੀਜੈ, ਥਿਰ ਹੋਵੇ ਕੋ ਅਲੰਬ ਦੀਜੈ। ਧਰਤੀ ਪੁਕਾਰ ਕਰਦੀ ਏ ਪਰਮੇਸ਼ਰ ਪਰਮਾਤਮਾ ਦੇ ਅੱਗੇ ਕਿ ਹੁਣ ਕੋਈ ਐਸਾ ਭੇਜੋ ਜਿਹੜਾ ਮੈਨੂੰ ਸਹਾਰਾ ਦੇ, ਜਿਹੜਾ ਮੈਨੂੰ ਆਸਰਾ ਦੇਵੇ। ਤਾਂ ਇਹ ਜਿਹੜੀ ਪੁਕਾਰ ਹੈ ਧਰਤੀ ਦੀ, ਇਹ ਪੁਕਾਰ ਸੀ। ਜਿਹੜੀ ਸੰਤਾਂ ਭਗਤਾਂ ਦੀ ਪੁਕਾਰ ਹੈ ਉਹੀ ਧਰਤੀ ਦੀ ਪੁਕਾਰ ਹੈ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਰਾਏ ਭੋਏ ਦੀ ਤਲਵੰਡੀ ਹੈ। ਬਾਬਾ ਮਹਿਤਾ ਕਲਿਆਣ ਦਾਸ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 15 ਅਪ੍ਰੈਲ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ ਇੱਥੇ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਦੌਲਤਾਂ ਦਾਈ ਰੋਜ਼ਾਨਾ ਆਉਂਦੀ ਹੈ ਤੇ ਮਾਤਾ ਤ੍ਰਿਪਤਾ ਜੀ ਦੇ ਚਰਨ ਘੁੱਟ ਕੇ ਸੇਵਾ ਕਰਕੇ ਚਲੀ ਜਾਂਦੀ ਹੈ। ਅੱਜ ਜਦੋਂ ਆਈ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਦੌਲਤਾਂ ਬੜੀ ਹੈਰਾਨ ਹੈ। ਇਹਨਾਂ ਹੱਥਾਂ ਵਿੱਚ ਤਲਵੰਡੀ ਦੇ ਬੜੇ ਬੱਚਿਆਂ ਦਾ ਜਨਮ ਹੋਇਆ ਹੈ, ਪਰ ਇਹ ਪਹਿਲਾ ਬੱਚਾ ਹੈ ਜਿਹੜਾ ਰੋਇਆ ਨਹੀਂ, ਮੁਸਕਰਾਇਆ ਹੈ। ਮੈਡੀਕਲ ਸਾਇੰਸ ਕਹਿੰਦੀ ਹੈ ਕਿ ਜਦੋਂ ਬੱਚਾ ਜਨਮ ਵੇਲੇ ਰੋਂਦਾ ਹੈ ਉਹ ਜਨਮ ਦੀਆਂ ਪੀੜਾਂ ਕਰਕੇ ਰੋਂਦਾ ਹੈ। ਗੁਰਬਾਣੀ ਕਹਿੰਦੀ ਹੈ ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ।
ਉਹਦੀ ਰੱਬ ਨਾਲੋਂ ਲਿਵ ਟੁੱਟ ਜਾਂਦੀ ਹੈ, ਬੱਚਾ ਤਾਂ ਰੋਂਦਾ ਹੈ। ਪਰ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਮਹਾਰਾਜ ਜੀ ਮੁਸਕਰਾਏ ਨੇ, ਰੋਏ ਨਹੀਂ, ਤੇ ਇੱਕ ਵੱਖਰਾ ਜਿਹਾ ਪ੍ਰਕਾਸ਼, ਇੱਕ ਚਾਨਣ ਹੋਇਆ। ਤੇ ਪਤਾ ਲੱਗਾ ਬਾਹਰ ਇੱਕ ਦਾਸੀ ਆਈ, ਉਹਨੇ ਬਾਬਾ ਕਾਲੂ ਜੀ ਨੂੰ ਆ ਕੇ ਦੱਸਿਆ ਘਰ ਦੇ ਵਿੱਚ ਪੁੱਤਰ ਦਾ ਪ੍ਰਕਾਸ਼ ਹੋਇਆ ਹੈ। ਤੇ ਬਾਬਾ ਕਾਲੂ ਜੀ ਨੇ ਕੀ ਕੀਤਾ, ਇੱਕ ਥਾਲੀ ਦੇ ਵਿੱਚ ਮੋਹਰਾਂ ਪਾ ਲਈਆਂ ਕਿ ਦੌਲਤਾਂ ਨੇ ਆਉਣਾ ਹੈ, ਜਦੋਂ ਆਏਗੀ ਤੇ ਜਿਹੜੀਆਂ ਇਹ ਮੋਹਰਾਂ ਨੇ ਨਾ, ਇਹ ਦੌਲਤਾਂ ਨੂੰ ਦੇਣੀਆਂ ਨੇ। ਤੇ ਦੌਲਤਾਂ ਦੇ ਨੇਤਰਾਂ ਦੇ ਵਿੱਚ ਨੀਰ ਸੀ, ਚਿਹਰੇ ਤੇ ਇੱਕ ਖੜਾ ਸੀ, ਤੇ ਉਹ ਆਨੰਦ ਸੀ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜਦੋਂ ਆਈ ਬਾਹਰ ਦੌਲਤਾਂ, ਤੇ ਬਾਬਾ ਕਾਲੂ ਜੀ ਮੋਹਰਾਂ ਵਾਲੀ ਥਾਲੀ ਲੈ ਕੇ ਆ ਗਿਆ ਤੇ ਕਹਿੰਦੇ, ਲੈ ਫੜ ਦੌਲਤਾਂ। ਦੌਲਤਾਂ ਨੇ ਨੇਤਰ ਪੂੰਝਦੀ ਹੋਈ ਨੇ ਥਾਲੀ ਪਰਾਂ ਕੀਤੀ ਤੇ ਕਹਿੰਦੀ, ਬਾਬਾ ਕਾਲੂ ਜੀ ਰਹਿਣ ਦਿਓ। ਤੇ ਬਾਬਾ ਮਹਿਤਾ ਕਲਿਆਣ ਦਾਸ, ਬਾਬਾ ਕਾਲੂ ਜੀ, ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਸੋਚਿਆ ਕਿ ਸ਼ਾਇਦ ਇਹ ਮੋਹਰਾਂ ਘੱਟ ਨੇ ਤੇ ਤਾਂ ਇਹ ਨਹੀਂ ਲੈਂਦੀ। ਤੇ ਉਹਨਾਂ ਨੇ ਕਿਹਾ, ਦੌਲਤਾਂ ਇਹ ਮੋਹਰਾਂ ਫੜ, ਤੈਨੂੰ ਹੋਰ ਵੀ ਦਿਆਂਗੇ। ਤੇ ਦੌਲਤਾਂ ਨੇ ਕਿਹਾ ਸੀ, ਅੱਜ ਤੱਕ ਤੇ ਮੈਂ ਨਾ ਕਰਕੇ ਦੌਲਤਾਂ ਸਾਂ, ਅੱਜ ਤ੍ਰਿਪਤਾ ਦੇ ਜਾਏ ਦੇ ਦਰਸ਼ਨ ਕਰਕੇ ਮੈਂ ਤ੍ਰਿਪਤ ਹੋ ਗਈਆਂ। ਹੁਣ ਮੇਰੇ ਅੰਦਰ ਦੌਲਤ ਦੀ ਕੋਈ ਇੱਛਾ, ਦੌਲਤ ਦੀ ਚਾਹ ਨਹੀਂ ਰਹਿ ਗਈ। ਇਹਨਾਂ ਹੱਥਾਂ ਵਿੱਚ ਬੜੇ ਬੱਚਿਆਂ ਦਾ ਜਨਮ ਹੋਇਆ ਹੈ, ਪਰ ਅੱਜ ਜੋ ਅਨੁਭਵ ਹੋਇਆ ਹੈ, ਉਸ ਆਨੰਦ ਨੂੰ ਮੈਂ ਬਿਆਨ ਨਹੀਂ ਕਰ ਸਕਦੀ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਮਹਾਰਾਜ ਜੀ ਦੀ ਜਦੋਂ ਵੰਸ਼ ਦੀ ਗੱਲ ਚੱਲਦੀ ਹੈ ਤਾਂ ਆਪਾਂ ਇਹ ਪੜ੍ਹਦੇ ਹਾਂ, ਬੇਦੀ ਕੁਲ ਦੀਪਾ ਬੇਦੀ ਵੰਸ਼। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਹੋਰਾਂ ਦੇ ਜਿਹੜੇ ਬਜ਼ੁਰਗ ਸਨ ਨਾ, ਉਹਨਾਂ ਦਾ ਨਾਂ ਸੀ ਅੰਮ੍ਰਿਤ ਰਾਏ। ਅੰਮ੍ਰਿਤ ਰਾਏ, ਅੰਮ੍ਰਿਤ ਰਾਏ ਵੇਦਾਂ ਦਾ ਬੜਾ ਮੰਨਿਆ ਹੋਇਆ ਪਾਠੀ ਸੀ। ਲੋਕ ਕਹਿੰਦੇ ਸਨ ਕਿ ਅੰਮ੍ਰਿਤ ਰਾਏ ਦੇ ਮੁਕਾਬਲੇ, ਅੰਮ੍ਰਿਤ ਰਾਏ ਦੇ ਬਰਾਬਰ ਦਾ ਹੋਰ ਕੋਈ ਵੇਦਾਂ ਦਾ ਪਾਠੀ ਨਹੀਂ। ਜਿਵੇਂ ਕੋਈ ਬਾਣੀ ਪੜ੍ਹਦਾ ਹੋਏ ਤਾਂ ਅਸੀਂ ਕਹਿ ਦਿੰਦੇ ਹਾਂ ਉਹਨਾਂ ਨੂੰ ਗਿਆਨੀ ਜੀ ਕਹਿ ਦਿੰਦੇ ਹਾਂ, ਜਾਂ ਭਾਈ ਸਾਹਿਬ ਕਹਿ ਦਿੰਦੇ ਹਾਂ ਭਈ ਇਹ ਬਾਣੀ ਬੜੀ ਸੋਹਣੀ ਪੜ੍ਹਦੇ ਨੇ। ਬਾਬਾ ਨਾਨਕ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਡੇਰਾ ਸੀ ਅੰਮ੍ਰਿਤ ਰਾਏ। ਵੇਦਾਂ ਦਾ ਬੜਾ ਗਿਆਤਾ, ਬੜਾ ਪਾਠੀ ਸੀ, ਤੇ ਲੋਕੀ ਕਹਿੰਦੇ ਸਨ ਵੀ ਬੇਦੀ ਆ ਗਿਆ। ਇਸ ਤਰ੍ਹਾਂ ਜਿਹੜਾ ਸੀ ਨਾ, ਉਹ ਬੇਦੀ ਸ਼ਬਦ ਨਾਲ ਜੁੜ ਗਿਆ, ਬੇਦੀ ਨਾਲ ਲੱਗ ਗਿਆ, ਤੇ ਉਹ ਪਾਠੀ ਬੜੇ ਮੰਨੇ ਸਨ। ਹੁਣ ਬਾਬਾ ਅੰਮ੍ਰਿਤ ਰਾਏ ਜੀ ਦੇ 3 ਪੁੱਤਰ ਸਨ, ਅੰਭੋਜ ਜੀ, ਨਰੋਤਮ ਜੀ ਤੇ ਸੱਲ ਜੀ। ਅੰਭੋਜ ਜੀ ਦੇ ਅੱਗੇ 5 ਪੁੱਤਰ ਸਨ, ਨਾਥ ਜੀ, ਸ਼ੰਭਾ ਜੀ, ਪ੍ਰਜਾਪਤ ਜੀ, ਨਰਾਇਣ ਸੰਪਾਤ ਜੀ ਤੇ ਰਾਮ ਨਰਾਇਣ ਜੀ। ਤੇ ਰਾਮ ਨਰਾਇਣ ਦੇ ਅੱਗੇ ਪੁੱਤਰ ਸੀ ਸ਼ਿਵ ਰਾਮ, ਤੇ ਸ਼ਿਵ ਰਾਮ ਦਾ ਪੁੱਤਰ ਸੀ ਬਾਬਾ ਮਹਿਤਾ ਕਾਲੂ ਜੀ। ਤੇ ਬਾਬਾ ਮਹਿਤਾ ਕਾਲੂ ਜੀ ਦੇ ਘਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਇਹ ਜੋ ਰਾਏ ਭੋਏ ਦੀ ਤਲਵੰਡੀ ਹੈ, ਸਨ 1414 ਦੇ ਵਿੱਚ ਭੱਟੀਆਂ ਦੀ ਪਿੰਡੀ ਵਾਲੇ ਭੱਟੀ ਰਾਜਪੂਤ ਇਹ ਮੁਸਲਮਾਨ ਬਣ ਗਿਆ, ਤੇ ਮੁਸਲਮਾਨ ਹੋ ਕੇ ਇਹਨੇ ਰਾਏ ਪਦਵੀ ਹਾਸਲ ਕੀਤੀ। ਇਹਨੂੰ 10 ਪਿੰਡ ਮਿਲੇ, ਜਿਵੇਂ ਭੱਟੀਆਂ ਦੀ ਪਿੰਡੀ ਵਾਲੇ ਭੱਟੀ ਰਾਜਪੂਤ ਭੋਏ ਨੇ ਮੁਸਲਮਾਨ ਹੋ ਕੇ ਰਾਏ ਪਦਵੀ ਹਾਸਲ ਕੀਤੀ। ਬੰਦੇ ਦਾ ਨਾਂ ਹੈ ਭੋਏ, ਤੇ ਰਾਏ ਇੱਕ ਪਦਵੀ ਹੈ। ਜਿਵੇਂ ਸਰਪੰਚ, ਲੰਬੜਦਾਰ, ਚੌਧਰੀ ਆਦਿ ਆਪਾਂ ਇਹ ਸ਼ਬਦ ਵਰਤਦੇ ਹਾਂ ਤੇ ਸੁਣਦੇ ਹਾਂ। ਭੋਏ ਬੰਦੇ ਦਾ ਨਾਂ ਹੈ, ਰਾਏ ਅਹੁਦਾ ਹੈ, ਪਦਵੀ ਹੈ। ਔਰ ਤਲਵੰਡੀ ਜਿਵੇਂ ਪਹਿਲਾ ਨਾਂ ਇਹੀ ਹੋਏ, ਤੇ ਰਾਏ ਭੋਏ ਦੀ ਤਲਵੰਡੀ, ਜਿਵੇਂ ਹੋਰ ਵੀ ਤਲਵੰਡੀਆਂ ਨੇ ਪੰਜਾਬ ਦੇ ਵਿੱਚ, ਬਹੁਤ ਸਾਰੇ ਨਗਰ ਨੇ ਜਿਨ੍ਹਾਂ ਦੇ ਨਾਂ ਦੇ ਨਾਲ ਤਲਵੰਡੀ ਲੱਗਦਾ ਹੈ। ਤਾਂ ਇਹ ਤਲਵੰਡੀ ਹੋ ਗਈ ਵੀ ਇਹ ਕਿਹੜੀ ਤਲਵੰਡੀ ਹੈ? ਇਹ ਰਾਏ ਭੋਏ ਦੀ ਤਲਵੰਡੀ ਹੈ। ਜਿਹੜਾ ਭੋਏ ਰਾਏ ਹੋ ਗਿਆ ਉਹਨੂੰ ਰਾਏ ਪਦਵੀ ਮਿਲੀ ਹੈ। ਤਾਂ ਇਸ ਤਰ੍ਹਾਂ ਰਾਏ ਭੋਏ ਦੀ ਤਲਵੰਡੀ, ਇੱਥੇ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਹੈ। ਸਭ ਤੋਂ ਪਹਿਲੇ ਦਰਸ਼ਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਮੁਸਲਮਾਨ ਔਰਤ ਦੌਲਤਾਂ ਦਾਈ ਦੇ ਵਡਭਾਗੇ ਨੇਤਰਾਂ ਨੇ ਕੀਤੇ ਸਨ। ਉਹ ਦਾਈ ਕੋਈ ਆਮ ਦਾਈ ਨਹੀਂ ਹੋਏਗੀ, ਉਹਦੀ ਖਰੇ ਕਿੰਨੇ ਕੁ ਜਨਮਾਂ ਦੀ ਭਗਤੀ ਹੋਏਗੀ, ਜਿਹਦੇ ਹੱਥਾਂ ਦੇ ਵਿੱਚ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਤੇ ਜਿਹਦੇ ਨੇਤਰਾਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ। ਕਵੀ ਨਿਹਾਲ ਸਿੰਘ ਬੜੀ ਸੋਹਣੀ ਕਵਿਤਾ ਲਿਖਦੇ ਨੇ, ਗੌਰੀਏ ਅਹੀਰ ਗਾਏ ਗੁਜਰ ਲਹਾਰ ਨਾਉ ਕੁੰਜਰੇ ਕੁਹਾਰ ਜਾਏ ਫੁੱਟੇ ਅੰਕ ਭਾਲ ਕੈ
ਬਾਣੀਏ ਲਬਾਣੇ ਧੋਬੀ ਝੀਵਰ ਕਸੇਰੇ ਕਾਸੀ ਧਾਨਕ ਤੰਬੋਲੀ ਕੋਲੀ ਤੇਲੀ ਮੰਦ ਚਾਲ ਕੈ ਬਾਢੀ ਪਠਿਆਰੇ ਬਾਰੀ ਧੂਣੀਏ ਮਲਾਹ ਮਾਲੀ ਕੋਟ ਝੁੰਡ ਝੀਵਰ ਕੁਲਾਲ ਇਕ ਲਾਲ ਕੈ केसरी निहाल कालू चंद के दुलारे बिना तारे कौन सारे नीच बीच कालू काल कै कहते ने कि बाबा कालू जी दे दुलारे उन्हां दे पुत्र तो बिना इत्थे होर कौन तार सकदा है, होर कौन पार ला सकदा है। तो गुरु नानक देव जी महाराज जी दा प्रकाश होया। महाराज जी बचपन दे विच बच्चियां दे नाल बच्चियां वांग बहुत घट खेडदे ने, घट छकदे ने। ते बाबा ਮਹਿਤਾ ਕਲਿਆਣ ਜੀ ਨੇ ਸੋਚਿਆ ਕਿ ਇਸ ਤਰ੍ਹਾਂ ਲੱਗਦਾ ਹੈ ਵੀ ਜਿਵੇਂ ਇਹਨਾਂ ਨੂੰ ਕੋਈ ਦਿੱਕਤ ਹੀ ਨਾ ਹੋਏ, ਕੋਈ ਪਰੇਸ਼ਾਨੀ ਨਾ ਹੋਏ। ਵੈਦ ਸੱਦਿਆ, ਵੈਦ ਬੁਲਾਇਆ, ਔਰ ਜਿਸ ਵਕਤ ਵੈਦ ਆਇਆ ਉਸ ਵੈਦ ਦਾ ਨਾਂ ਸੀ ਹਰਦਾਸ। ਜਿਸ ਵੈਦ ਨੂੰ ਬੁਲਾਇਆ ਗਿਆ ਸੀ ਕਿ ਗੁਰੂ ਨਾਨਕ ਦੇਵ ਜੀ ਨੂੰ ਵੇਖੋ, ਇਹ ਘੱਟ ਛਕਦੇ ਨੇ, ਘੱਟ ਸੌਂਦੇ ਨੇ, ਇਹਨਾਂ ਨੂੰ ਕੀ ਦਿੱਕਤ ਹੈ। ਤੇ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ, ਸਾਡਾ ਜਿਹੜਾ ਰੋਗ ਹੈ, ਸਾਡੀ ਜਿਹੜੀ ਮਰਜ਼ ਹੈ ਨਾ, ਉਹ ਇਹਨਾਂ ਨਬਜ਼ਾਂ ਵਿੱਚ ਨਹੀਂ ਆਉਣ ਵਾਲੀ ਤੇ ਨਾ ਇਹਨਾਂ ਨਬਜ਼ਾਂ ਦੇ ਵਿੱਚ ਆਉਣੀ ਹੈ। ਕਿਉਂਕਿ ਜਿਹੜੀ ਪਰਮੇਸ਼ਰ ਦੇ ਨਾਲ ਲਿਵ ਹੈ, ਉਹਨੂੰ ਮਿਣਿਆ ਤੋਲਿਆ, ਉਹਨੂੰ ਮਾਪਿਆ ਨਹੀਂ ਜਾ ਸਕਦਾ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਕੁਛ ਦਿਨਾਂ ਦੇ ਹੋਏ ਤਾਂ ਨਾਨਕ ਨਾਮ ਮਹਾਰਾਜ ਜੀ ਦਾ ਰੱਖਿਆ ਗਿਆ। ਨਾਨਕ ਨਾਂ ਰੱਖਿਆ ਗਿਆ। ਉਸ ਤੋਂ ਉਪਰੰਤ ਸਮਾਂ ਆਪਣੀ ਚਾਲੇ ਚੱਲਦਾ ਹੈ। ਮਹਾਰਾਜ ਜੀ ਨੂੰ ਗੋਪਾਲ ਪਾਂਧੇ ਦੇ ਕੋਲ ਪੜ੍ਹਨੇ ਪਾਇਆ ਗਿਆ। ਉੱਥੇ ਮਹਾਰਾਜ ਜੀ ਨੇ ਕਿਰਪਾ ਕੀਤੀ। ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ, ਜਿਹਦੇ ਕੋਲ ਪੜ੍ਹਨ ਗਏ ਉਹ ਇਸ ਤਰ੍ਹਾਂ ਕਹਿੰਦਾ ਸੀ ਵੀ ਜਿਵੇਂ ਇਹ ਤੇ ਪਹਿਲਾਂ ਹੀ ਪੜ੍ਹੇ ਹੋਏ ਨੇ। ਸੰਸਕ੍ਰਿਤ ਪੜ੍ਹਨ ਦੇ ਵਾਸਤੇ ਮਹਾਰਾਜ ਜੀ ਪੰਡਿਤ ਬ੍ਰਿਜ ਲਾਲ ਦੇ ਕੋਲ ਗਏ। ਫਾਰਸੀ ਪੜ੍ਹਨ ਦੇ ਲਈ ਮੌਲਵੀ ਕੁਤਬਦੀਨ ਕੋਲ ਮਸੀਤ ਦੇ ਵਿੱਚ ਗਏ। ਤਾਂ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋ ਬਚਪਨ ਹੈ ਉਹ ਇਸ ਤਰ੍ਹਾਂ ਸੀ ਕਿ ਬੱਚਿਆਂ ਦੇ ਨਾਲ ਬੱਚਿਆਂ ਵਾਂਗ ਬਹੁਤ ਹੀ ਘੱਟ ਖੇਡਦੇ ਸਨ, ਘੱਟ ਛਕਦੇ ਨੇ। ਤਾਂ ਜਿਹੜੀ ਲਿਵ ਹੈ ਉਹ ਪਰਮੇਸ਼ਰ ਪਰਮਾਤਮਾ ਦੇ ਨਾਲ ਲੱਗੀ, ਕਿਉਂਕਿ ਆਪ ਪਰਮੇਸ਼ਰ ਨੇ, ਆਪ ਨਾਰਾਇਣ ਨੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਮਾਸੀ ਦਾ ਨਾਂ ਸੀ ਬੀਬੀ ਲੱਖੋ। ਤੇ ਇੱਕ ਦਿਨ ਕੀ ਹੋਇਆ, ਬੀਬੀ ਲੱਖੋ ਜੀ ਆਏ ਤੇ ਉਹਨਾਂ ਨੇ ਆਪਣੀ ਭੈਣ ਮਾਤਾ ਤ੍ਰਿਪਤਾ ਜੀ ਨੂੰ ਕਿਹਾ, ਕਹਿੰਦੀ ਹੈ ਤੁਹਾਡਾ ਤੇ ਜਿਹੜਾ ਪੁੱਤਰ ਹੈ ਨਾ, ਇਹ ਸਿੱਧਾ ਸਾਦਾ ਲੱਗਦਾ ਹੈ, ਇਹ ਬੜਾ ਸਿੱਧਾ ਸਾਦਾ ਲੱਗਦਾ। ਤੇ ਮਹਾਰਾਜ ਜੀ ਕੋਲ ਸਨ। ਮਹਾਰਾਜ ਜੀ ਨੇ ਸਹਿ ਸੁਭਾਏ ਬਚਨ ਕੀਤੇ, ਮਾਸੀ ਜੀ ਤੁਹਾਡਾ ਪੁੱਤਰ ਸਾਡੇ ਤੋਂ ਵੀ ਸਿੱਧਾ ਸਾਦਾ ਹੋਏਗਾ। ਔਰ ਇਤਿਹਾਸ ਇਹ ਗੱਲ ਕਹਿੰਦੇ ਆ ਕਿ ਜਿਹੜੇ ਬਾਬਾ ਰਾਮ ਥੰਮਣ ਮਸਤ ਬੈਰਾਗੀ ਹੋਏ ਨੇ, ਉਹ ਇਹਨਾਂ ਦੇ ਮਾਸੀ ਦੇ ਪੁੱਤਰ ਸਨ। ਤੇ ਵੈਸਾਖੀ ਵਾਲੇ ਦਿਨ ਕਸੂਰ ਦੇ ਕੋਲ ਉਹਨਾਂ ਦਾ ਮੇਲਾ ਲੱਗਦਾ, ਉੱਥੇ ਉਹਨਾਂ ਦਾ ਦਿਨ ਮਨਾਇਆ ਜਾਂਦਾ ਹੈ। ਫਿਰ ਹੁਣ ਅੱਗੇ ਗੱਲ ਆ ਜਾਂਦੀ ਹੈ ਜਨੇਊ ਦੀ। ਜੋ ਬ੍ਰਾਹਮਣ ਦਾ ਬਾਲਕ ਹੈ ਉਹਨੂੰ 8ਵੇਂ ਸਾਲ ਦੇ ਵਿੱਚ ਜਨੇਊ ਪਾਇਆ ਜਾਂਦਾ ਹੈ। ਖੱਤਰੀ ਦੇ ਬਾਲ ਨੂੰ 11ਵੇਂ ਸਾਲ ਵਿੱਚ ਜਨੇਊ ਪਾਇਆ ਜਾਂਦਾ ਹੈ। ਤੇ ਵੈਸ਼ ਦੇ ਉਹਨੂੰ 12ਵੇਂ ਵਰ੍ਹੇ ਦੇ ਵਿੱਚ ਜਨੇਊ ਪਾਇਆ ਜਾਂਦਾ ਹੈ। ਸ਼ੂਦਰ ਤੇ ਇਸਤਰੀ ਨੂੰ ਜਨੇਊ ਦਾ ਅਧਿਕਾਰ ਨਹੀਂ ਹੈ। ਇਸ ਦਾ ਜੋ ਮੂਲ ਨਾਂ ਹੈ ਉਹ ਨਾਂ ਸੀ ਜਗੋਪਵੇਤ। ਇਹਦਾ ਭਾਵ ਹੈ ਜੱਗ ਦੇ ਅਵਸਰ ਦੇ ਉੱਤੇ ਜਾਂ ਜੱਗ ਦੇ ਸਮੇਂ ਉੱਤੋਂ ਦੀ ਜਿਹੜਾ ਲਪੇਟਿਆ ਹੋਇਆ ਵਸਤਰ ਹੈ। ਤਾਂ ਮਹਾਰਾਜ ਜੀ ਨੂੰ ਜਦੋਂ ਜਨੇਊ ਪਾਉਣ ਲੱਗੇ ਤਾਂ ਸਾਹਿਬ ਨੇ ਉੱਥੇ ਫਿਰ ਬਚਨ ਕੀਤੇ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੇ ਕਾ ਹੈ ਤਾਂ ਪਾਂਡੇ ਘੱਤ। ਇਹ ਜਿਹੜਾ ਅੰਦਰ ਦਾ ਸੱਚਾ ਜਨੇਊ ਹੈ ਨਾ, ਜੇ ਤੁਹਾਡੇ ਕੋਲ ਇਹ ਹੈ ਤੇ ਇਹ ਪਾ ਦਿਓ, ਜਿਹੜਾ ਨਾ ਕਦੀ ਮੈਲਾ ਹੁੰਦਾ ਹੈ, ਨਾ ਕਦੀ ਟੁੱਟਦਾ ਹੈ ਤੇ ਨਾ ਕੱਸਦਾ ਹੈ। ਜਨੇਊ ਬਣਾਉਣ ਦੀ ਜਿਹੜੀ ਵਿਧੀ ਉਹ ਇਹ ਹੈ, ਹਿੰਦੂ ਮਤ ਦੇ ਸ਼ਾਸਤਰਾਂ ਅਨੁਸਾਰ ਵੇਦ ਮੰਤਰ ਪੜ੍ਹ ਕੇ ਖੇਤ ਚੋਂ ਕਪਾਹ ਲੈਣੀ ਹੈ। ਸਭ ਤੋਂ ਪਹਿਲਾਂ ਵੇਦ ਮੰਤਰ ਪੜ੍ਹ ਕੇ ਫਿਰ ਕਪਾਹ ਲੈਣੀ ਹੈ। ਵੜੇਵਿਆਂ ਤੋਂ ਰੂੰ ਹੱਥਾਂ ਨਾਲ ਕੱਢ ਕੇ ਖੂਹ ਦੀ ਮਾਣ ਉੱਤੇ ਬਹਿ ਕੇ, ਜਿਹੜੀ ਖੂਹ ਦੇ ਚੁਫੇਰੇ ਥੜੀ ਬਣੀ ਹੁੰਦੀ ਹੈ, ਜਾਂ ਹੁਣ ਤੇ ਚਲੋ ਖੂਹ ਘੱਟ ਨੇ, ਜਿਹੜੀਆਂ ਥੜੀਆਂ ਬਣੀਆਂ ਹੁੰਦੀਆਂ ਸਨ, ਉਹ ਥੜੀ ਉੱਤੇ ਬਹਿ ਕੇ ਤੇ ਖੂਹ ਦੇ ਵਿੱਚ ਲਮਕਾ ਕੇ 4 ਚੁਫੇਰੇ ਖੂਹ ਦੀ ਜਿਹੜੀ ਬਣੀ ਥੜੀ ਉਹਦੇ ਉੱਤੇ ਬਹਿ ਕੇ ਤੇ ਜਿਹੜਾ ਉਹ ਟੇਰਨਾ ਨਾ, ਜਿਵੇਂ ਸੂਤਰ ਨੂੰ ਉਹਨੂੰ ਕੱਤਣਾ ਜਾਂ ਕਿਸੇ ਵੀ ਤਰ੍ਹਾਂ ਤਿਆਰ ਕਰਨਾ, ਉਹਨੂੰ ਖੂਹ ਵਿੱਚ ਲਟਕਾ ਕੇ ਤੇ ਲਾਟੂ ਟੇਰਨਾ। ਵੀ ਉਹ ਚੱਕਰ ਜਿਹਾ ਘੁੰਮਦਾ, ਕੋਈ ਤਰੀਕਾ ਹੋਣਾ ਐਵੇਂ ਦਾ।
ਵੀ ਜਿਹੜਾ ਜਨੇਊ ਵਾਲਾ ਧਾਗਾ ਹੈ ਨਾ, ਉਹ ਕਿਤੇ ਲੱਗ ਨਾ ਜਾਏ ਆਸੇ ਪਾਸੇ ਜਾਂ ਹੇਠਾਂ ਜ਼ਮੀਨ ਤੇ ਜਨੇਊ ਇਸ ਤਰ੍ਹਾਂ ਜਨੇਊ ਦਾ ਧਾਗਾ ਵੱਟਦੇ ਹੁੰਦੇ ਸਨ। ਖੂਹ ਦੀ ਮਣ ਤੇ ਬਹਿ ਕੇ ਤੇ ਖੂਹ ਵਿੱਚ ਲਾਟੂ ਟੇਰਨਾ, ਖੂਹ ਵਿੱਚ ਲਮਕਾ ਕੇ ਫਿਰ ਜਿਹੜਾ ਹੈ ਨਾ ਜਨੇਊ ਉਹ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਸੀ। ਔਰ ਮਨੂ ਸਿਮਰਤੀ ਅਨੁਸਾਰ ਇਹ ਜਿਹੜਾ ਜਨੇਊ ਹੈ, ਬ੍ਰਾਹਮਣ ਦਾ ਜਨੇਊ ਕਪਾਹ ਦਾ ਹੁੰਦਾ ਹੈ, ਖੱਤਰੀ ਦਾ ਜਨੇਊ ਸਣ ਦਾ ਹੁੰਦਾ ਹੈ ਤੇ ਵੈਸ਼ ਦਾ ਭੇਡੂ ਦੀ ਉੱਨ ਦਾ ਹੁੰਦਾ ਹੈ। ਪੁਰੋਹਿਤ ਹਰਦਿਆਲ ਜੀ ਆਏ, ਪੰਡਿਤ ਹਰਦਿਆਲ ਜੀ ਆਏ, ਹੋਰ ਵੀ ਸੱਜਣ ਮਿੱਤਰ ਰਿਸ਼ਤੇਦਾਰ ਸਾਰੇ ਹੈਰਾਨ ਨੇ। ਬੜੀ ਵੱਖਰੀ ਜੀ ਗੱਲ ਹੋ ਗਈ ਕਿ ਬਾਬੇ ਕਾਲੂ ਦਾ ਪੁੱਤਰ ਕਹਿੰਦਾ ਮੈਂ ਤੇ ਜਨੇਊ ਹੀ ਨਹੀਂ ਪਾਣਾ। ਚਾਰ ਚੁਫੇਰੇ ਬੜੀ ਹੈਰਾਨ ਕਰਨ ਵਾਲੀ ਗੱਲ ਹੋ ਗਈ। ਔਰ ਸਤਿਗੁਰਾਂ ਨੇ ਫਿਰ ਇੱਥੇ ਇਹ ਉਪਦੇਸ਼ ਕੀਤਾ ਸੀ ਕਿ ਅੰਦਰ ਦਇਆ ਹੋਣੀ ਚਾਹੀਦੀ ਹੈ, ਸੰਤੋਖ ਹੋਣਾ ਚਾਹੀਦਾ ਹੈ। ਬਾਹਰੀ ਤੌਰ ਤੇ ਸਾਰਾ ਕੁਝ ਬੰਦਾ ਕਰੀ ਜਾਏ, ਪਰ ਜੇਕਰ ਆਪਣਾ ਅੰਤਰ ਆਤਮਾ ਨਹੀਂ ਸੁਧਾਰਿਆ ਤਾਂ ਇਸ ਦਾ ਕੀ ਲਾਹਾ ਹੈ। ਹੁਣ ਮਹਾਰਾਜ ਜੀ ਥੋੜੇ ਵੱਡੇ ਹੋ ਗਏ ਤੇ ਇੱਕ ਦਿਨ ਬਾਬਾ ਕਾਲੂ ਜੀ ਨੇ 20 ਰੁਪਏ ਦਿੱਤੇ ਸੱਚਾ ਸੌਦਾ, ਖਰਾ ਸੌਦਾ ਕਰਨ ਦੇ ਲਈ। ਵਪਾਰ ਕਰਨ ਗਏ, ਸੌਦਾ ਕਰਨ ਗਏ ਤੇ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾ ਕੇ ਆ ਗਏ। ਜਦੋਂ ਪ੍ਰਸ਼ਾਦਾ ਛਕਾ ਕੇ ਆ ਗਏ, ਪਿਤਾ ਜੀ ਬੜੇ ਗੁੱਸੇ ਵਿੱਚ ਆਏ ਤੇ ਇਤਿਹਾਸ ਕਹਿੰਦਾ ਹੈ ਪਿਤਾ ਨੇ ਚਪੇੜ ਮਾਰੀ ਤੇ ਕਿਹਾ ਇਹ ਤੂੰ ਕੀ ਕੀਤਾ ਹੈ। ਬੇਬੇ ਨਾਨਕੀ ਕੋਲ ਸੀ। ਬੇਬੇ ਨਾਨਕੀ ਨੇ ਕਿਹਾ ਪਿਤਾ ਜੀ ਇਹ ਕੀ ਕੀਤਾ ਜੇ, ਰੱਬ ਨੂੰ ਚਪੇੜ ਨਹੀਂ ਸੀ ਮਾਰਨੀ। ਬੇਬੇ ਨਾਨਕੀ ਸਭ ਤੋਂ ਪਹਿਲੀ ਸਿੱਖ ਹੈ। ਬੇਬੇ ਨਾਨਕੀ ਨੇ ਇੱਕ ਦਿਨ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਨੂੰ ਦੁਨਿਆਵੀ ਭੈਣਾਂ ਵਾਂਗੂ ਜਿਵੇਂ ਭਰਾ, ਉਸ ਤਰ੍ਹਾਂ ਦੁਨਿਆਵੀ ਵੀਰਾਂ ਵਾਂਗੂ ਵੀਰ ਨਹੀਂ ਮੰਨਿਆ। ਪਹਿਲੇ ਦਿਨ ਤੋਂ ਹੀ ਬੇਬੇ ਨਾਨਕੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਪਰਮਾਤਮਾ ਪਰਮੇਸ਼ਰ ਮੰਨਿਆ ਹੈ। ਔਰ ਉਹ ਜਿਹੜਾ 20 ਰੁਪਈਆਂ ਦਾ ਲੰਗਰ ਹੈ, ਉਹ ਐਸੀਆਂ ਬਰਕਤਾਂ, ਐਸੀਆਂ ਬਖਸ਼ਿਸ਼ਾਂ ਨੇ, ਉਹ ਅੱਜ ਤੱਕ ਉਸੇ ਤਰ੍ਹਾਂ ਚੱਲਿਆ ਆ ਰਿਹਾ ਹੈ। ਉਹ ਰਹਿੰਦੀ ਦੁਨੀਆ ਤੱਕ ਇਸੇ ਤਰ੍ਹਾਂ ਚੱਲਦਾ ਰਹੇਗਾ। ਫਿਰ ਬਾਬਾ ਕਾਲੂ ਜੀ ਨੇ ਸੋਚਿਆ ਕਿ ਇੱਥੇ ਕੰਮ ਨਹੀਂ ਕਰਦੇ, ਸੁਲਤਾਨਪੁਰ ਬੇਬੇ ਨਾਨਕੀ ਦੇ ਕੋਲ ਭੇਜ ਦਿੱਤਾ। ਇੱਥੇ ਮਹਾਰਾਜ ਜੀ ਨੇ ਮੋਦੀਖਾਨੇ ਵਿੱਚ ਕਾਰ ਕੀਤੀ ਤੇ ਮੋਦੀਖਾਨੇ ਵਿੱਚ ਕਾਰ ਕਰਦਿਆਂ ਕਈ ਵਾਰ ਹਿਸਾਬ ਕਿਤਾਬ ਹੋਇਆ। ਕਿਸੇ ਨੇ ਕਿਹਾ ਜੀ ਇਹ ਪੈਸੇ ਨਹੀਂ ਲੈਂਦੇ, ਕਿਸੇ ਨੇ ਕਿਹਾ ਜੀ ਸਾਰਿਆਂ ਨੂੰ ਇੱਕੋ ਜਿਹਾ ਤੋਲ ਦਿੰਦੇ ਨੇ। ਪਰ ਜਦੋਂ ਵੀ ਹਿਸਾਬ ਹੋਏ ਤੇ ਜਿਹੜਾ ਹਿਸਾਬ ਸੀ ਉਹ ਵਾਧੇ ਦਾ ਹੀ ਨਿਕਲੇ, ਕਿਸੇ ਤਰ੍ਹਾਂ ਦੀ ਹਿਸਾਬ ਵਿੱਚ ਕੋਈ ਸ਼ਿਕਾਇਤ ਨਾ ਆਏ। ਇੱਕ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਵੇਈ ਨਦੀ ਵਿੱਚ ਉਤਰੇ ਨੇ ਤੇ ਵੇਈ ਵਿੱਚ ਉਤਰਨ ਤੋਂ ਬਾਅਦ ਬਾਹਰ ਨਹੀਂ ਆਏ ਤਾਂ ਸੁਲਤਾਨਪੁਰ ਦੇ ਵਿੱਚ ਰੌਲਾ ਪੈ ਗਿਆ ਕਿ ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ। ਕੋਈ ਭੱਜਾ ਭੱਜਾ ਬੇਬੇ ਨਾਨਕੀ ਦੇ ਕੋਲ ਆਇਆ ਤੇ ਆ ਕੇ ਕਹਿਣ ਲੱਗੇ ਭੈਣਾ ਤੇਰਾ ਵੀਰ ਲੱਗਦਾ ਰੁੜ ਗਿਆ ਹੈ, ਤੇਰਾ ਵੀਰ ਨਦੀ ਵਿੱਚੋਂ ਬਾਹਰ ਨਹੀਂ ਨਿਕਲਿਆ। ਕਿਸੇ ਨੇ ਕਿਹਾ ਡੁੱਬ ਗਿਆ, ਕਿਸੇ ਨੇ ਕੁਛ ਕਿਹਾ ਤੇ ਬੇਬੇ ਨਾਨਕੀ ਨੇ ਕਿਹਾ ਸੀ ਨਹੀਂ, ਜਿਹੜਾ ਸਾਰਿਆਂ ਨੂੰ ਤਾਰਨ ਵਾਲਾ ਹੈ ਉਹਨੂੰ ਇਹ ਪਾਣੀ ਨਹੀਂ ਡੋਬ ਸਕਦਾ। ਮਹਾਰਾਜ ਜੀ ਫਿਰ ਬਾਹਰ ਆਉਂਦੇ ਨੇ। ਬਾਹਰ ਆਏ ਤੇ ਮਹਾਰਾਜ ਨੇ ਬਚਨ ਕੀਤੇ ਨਾ ਕੋਈ ਹਿੰਦੂ ਨਾ ਮੁਸਲਮਾਨ। ਜਿਸ ਵਕਤ ਕਿਹਾ ਨਾ ਕੋਈ ਹਿੰਦੂ ਨਾ ਮੁਸਲਮਾਨ, ਤੇ ਜਿਹੜਾ ਉਥੋਂ ਦਾ ਨਵਾਬ ਸੀ, ਕਾਜੀ ਸੀ, ਉਹ ਕਹਿਣ ਲੱਗੇ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਤੇ ਚਲੋ ਸਾਡੇ ਨਾਲ ਫਿਰ ਨਮਾਜ਼ ਅਦਾ ਕਰੋ, ਨਮਾਜ਼ ਪੜੋ। ਮਸੀਤ ਵਿੱਚ ਚਲੇ ਗਏ। ਉਹ ਸਿਜਦੇ ਕਰਦੇ ਨੇ, ਝੁਕਦੇ ਨੇ, ਹੇਠਾਂ ਉਤਾਂ ਹੁੰਦੇ ਨੇ। ਮਹਾਰਾਜ ਜੀ ਅਡੋਲ ਖੜੇ ਰਹਿ। ਨਮਾਜ਼ ਪੜ੍ਹ ਲਈ ਤੇ ਨਮਾਜ਼ ਪੜ੍ਹ ਕੇ ਨਵਾਬ ਤੇ ਜਿਹੜਾ ਸੀ ਕਾਜੀ ਉਹ ਕਹਿਣ ਲੱਗੇ ਤੁਸੀਂ ਨਮਾਜ਼ ਦੀ ਤੋਹੀਨ ਕੀਤੀ ਹੈ, ਤੁਸੀਂ ਨਮਾਜ਼ ਨਹੀਂ ਸਾਡੇ ਨਾਲ ਪੜ੍ਹੀ। ਤੇ ਮਹਾਰਾਜ ਨੇ ਬਚਨ ਕੀਤੇ ਭਈ ਮੈਂ ਨਮਾਜ਼ ਪੜ੍ਹਦਾ ਕਿਹਦੇ ਨਾਲ, ਤੁਸੀਂ ਤਾਂ ਦੋਵੇਂ ਇੱਥੇ ਕੋਈ ਨਹੀਂ ਸੋ। ਤੁਹਾਡਾ ਧਿਆਨ ਤਾਂ ਇੱਥੇ ਹੈ ਹੀ ਨਹੀਂ ਸੀ। ਇੱਕ ਦਾ ਧਿਆਨ ਸੀ ਵੀ ਘਰ ਘੋੜੀ ਸੂਣ ਵਾਲੀ ਹੈ ਤੇ ਵਿਸ਼ੇਰਾ ਕਿਤੇ ਖੂਹ ਵਿੱਚ ਨਾ ਡਿੱਗ ਪੈ, ਤੇ ਦੂਜਾ ਉਹ ਕਿਤੇ ਘੋੜੇ ਖਰੀਦਦਾ ਫਿਰਦਾ ਸੀ। ਸਤ ਸੰਗਤ ਜੋ ਨਮਾਜ਼ ਦੀ ਗੱਲ ਆਉਂਦੀ ਹੈ, 5 ਨਮਾਜ਼ਾਂ ਨੇ, ਸਲਾਤੁਲ ਫਜਰ, ਸਲਾਤੁਲ ਜ਼ੋਹਰ, ਸਲਾਤੁਲ ਅਸਰ, ਸਲਾਤੁਲ ਮਗਰਿਬ, ਸਲਾਤੁਲ ਇਸ਼ਾ। ਸਲਾਤ ਕਹਿੰਦੇ ਨਮਾਜ਼ ਨੂੰ ਤੇ ਫਜਰ ਕਹਿੰਦੇ ਵੇਲੇ ਨੂੰ। ਸਲਾਤੁਲ ਫਜਰ, ਫਜਰ ਮਤਲਬ ਸੁਬਹ, ਸਵੇਰਾ, ਅੰਮ੍ਰਿਤ ਵੇਲਾ। ਸਲਾਤੁਲ ਫਜਰ, ਫਜਰ ਦੀ ਨਮਾਜ਼, ਅੰਮ੍ਰਿਤ ਵੇਲੇ ਦੀ ਨਮਾਜ਼, ਸਵੇਰ ਦੀ ਨਮਾਜ਼। ਸਲਾਤੁਲ ਇਸ਼ਾ, ਇਸ਼ਾ ਕਹਿੰਦੇ ਰਾਤ ਨੂੰ, ਸੌਣ ਵੇਲੇ। ਇਸ਼ਾ ਦੀ ਨਮਾਜ਼ ਭਾਵ ਕਿ ਸੌਣ ਵੇਲੇ ਦੀ ਨਮਾਜ਼।
ਤਾਂ ਇਹ ਪੰਜ ਨਮਾਜ਼ਾਂ ਨੇ, ਸਲਾਤੁਲ ਫਜਰ, ਸਲਾਤੁਲ ਜ਼ੋਹਰ, ਸਲਾਤੁਲ ਅਸਰ, ਸਲਾਤੁਲ ਮਗਰਿਬ, ਸਲਾਤੁਲ ਇਸ਼ਾ। ਮਹਾਰਾਜ ਨੇ ਬਚਨ ਕੀਤੇ, ਅਸੀਂ ਨਮਾਜ਼ ਪੜ੍ਹਦੇ ਕਿਦੇ ਨਾਲ, ਤੁਸੀਂ ਤੇ ਇੱਥੇ ਹੈ ਨਹੀਂ ਸੋ, ਕਿਉਂਕਿ ਧਿਆਨ ਦੇ ਨਾਲ ਹੀ ਧਰਮ ਦਾ ਸੰਬੰਧ ਹੈ। ਜੇਕਰ ਤੁਹਾਡਾ ਧਿਆਨ ਇੱਥੇ ਨਹੀਂ ਤਾਂ ਸਰੀਰ ਤੇ ਕੁਛ ਤਾਂ ਕੁਛ ਕਰੀ ਜਾ ਰਿਹਾ, ਪਰ ਧਿਆਨ ਤੇ ਇੱਥੇ ਹੈ ਹੀ ਨਹੀਂ, ਤੁਸੀਂ ਹਾਜ਼ਰ ਤਾਂ ਇੱਥੇ ਹੈ ਹੀ ਨਹੀਂ ਗੇ। ਫਿਰ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਦਾਸੀਆਂ ਕੀਤੀਆਂ। ਉਸ ਸਮੇਂ ਤੇ ਹਿੰਦੂ ਮਤ ਦੇ ਧਾਰਮਿਕ ਸਥਾਨ, ਇਸਲਾਮ ਦੇ ਧਾਰਮਿਕ ਸਥਾਨ ਅਤੇ ਜੋਗੀਆਂ ਦੇ ਮੱਠ ਸਨ। ਇਹ ਤਿੰਨ ਤਰ੍ਹਾਂ ਦੇ ਧਾਰਮਿਕ ਸਥਾਨ ਸਨ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਇਹਨਾਂ ਰਾਜੇ ਮਹਾਰਾਜਿਆਂ ਕੋਲ ਅਤੇ ਆਮ ਗ੍ਰਸਤੀ ਲੋਕਾਂ ਕੋਲ ਨਹੀਂ ਗਏ, ਜਿਨ੍ਹਾਂ ਮਹਾਰਾਜ ਜੀ ਧਾਰਮਿਕ ਸਥਾਨਾਂ ਤੇ ਗਏ ਨੇ। ਧਾਰਮਿਕ ਸਥਾਨਾਂ ਤੇ ਜਾਣ ਦਾ ਇਹ ਕਾਰਨ ਸੀ ਵੀ ਜੇ ਤੁਸੀਂ ਪਹਿਰਾਵਾ ਧਰਮ ਦਾ ਪਾਇਆ ਨਾ, ਭਾਵੇਂ ਕੋਈ ਵੀ ਹੈ, ਅਜੋਕੇ ਸਮੇਂ ਦੀ ਗੱਲ ਕਰੀਏ, ਭਾਵੇਂ ਸਿੱਖ ਹੀ ਕਿਉਂ ਨਹੀਂ, ਜੇਕਰ ਉਹਨੇ ਪਹਿਰਾਵਾ ਬਾਣਾ ਸਿੱਖਾਂ ਵਾਲਾ ਪਾਇਆ ਹੈ ਤੇ ਉਹਦੇ ਜਿਹੜੇ ਕਰਮ ਨੇ ਨਾ, ਉਹ ਵੀ ਉਹਦੇ ਧਰਮ, ਉਹਦੇ ਪਹਿਰਾਵੇ ਦੇ ਅਨੁਸਾਰ ਹੋਣੇ ਚਾਹੀਦੇ ਨੇ। ਮਹਾਰਾਜ ਜੀ ਨੇ ਸੱਚ ਦਾ, ਨਾਮ ਦਾ ਉਪਦੇਸ਼ ਕੀਤਾ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪ ਪਰਮੇਸ਼ਰ ਨੇ ਫਰਜ਼ ਕਰੋ ਕਿ ਮਹਾਰਾਜ ਨੂੰ ਕਿੰਨੀਆਂ ਕੁ ਭਾਸ਼ਾਵਾਂ ਆਉਂਦੀਆਂ ਹੋਣਗੀਆਂ। ਸਭ ਤੋਂ ਪਹਿਲੀ ਗੱਲ, ਤੁਹਾਡੀ ਮੇਰੀ ਕੋਈ ਸਾਂਝ ਬਣੇ ਜਾਂ ਕੋਈ ਗੱਲ ਸੁਣੇ ਤਾਂ ਉਹਦੇ ਲਈ ਜ਼ਰੂਰੀ ਹੈ ਨਾ, ਉਹਨੂੰ ਬੋਲੀ ਸਮਝ ਆਉਣੀ ਚਾਹੀਦੀ ਹੈ। ਜੇਕਰ ਮੈਨੂੰ ਕਿਸੇ ਦੀ ਭਾਸ਼ਾ ਹੀ ਸਮਝ ਨਹੀਂ ਆ ਰਹੀ ਤੇ ਮੇਰੀ ਸਾਂਝ ਵੀ ਉਹਦੇ ਨਾਲ ਨਹੀਂ ਬਣੇਗੀ। ਸਾਂਝ ਬਣਨ ਦੇ ਲਈ ਜ਼ਰੂਰੀ ਹੈ ਬੋਲੀ ਸਮਝ ਆਉਣੀ ਚਾਹੀਦੀ ਹੈ। ਔਰ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਿੰਨੀਆਂ ਕੁ ਭਾਸ਼ਾਵਾਂ ਆਉਂਦੀਆਂ ਹੋਣਗੀਆਂ। ਫਿਰ ਇਹ ਨਹੀਂ ਕਿਹਾ ਵੀ ਜੇਕਰ ਇੱਕ ਥਾਂ ਤੇ ਗਏ ਤੇ ਇੱਥੇ ਉਪਦੇਸ਼ ਕੋਈ ਹੋਰ ਹੈ, ਦੂਜੇ ਥਾਂ ਤੇ ਕੋਈ ਹੋਰ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜਿੱਥੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗਏ ਨੇ, ਉੱਥੇ ਨਾਮ ਦਾ ਉਪਦੇਸ਼ ਹੀ ਕੀਤਾ ਹੈ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਔਰ ਜਦੋਂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਉਸ ਵਕਤ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪ ਅੰਧੇਰ ਪਲੋਆ। ਜਿਹੜੀ ਧੁੰਦ ਹੈ ਹਨੇਰੇ ਨਾਲੋਂ ਵੱਧ ਖਤਰਨਾਕ ਹੈ। ਹਨੇਰੇ ਦੇ ਵਿੱਚ ਲਾਈਟ ਕੰਮ ਕਰ ਜਾਂਦੀ ਹੈ, ਪਰ ਧੁੰਦ ਵਿੱਚ ਨਹੀਂ ਕਰਦੀ। ਧੁੰਦ ਦੇ ਵਿੱਚ ਬੰਦੇ ਨੂੰ ਕੋਈ ਦਿਸਦਾ ਨਹੀਂ, ਕੁਛ ਨਜ਼ਰ ਨਹੀਂ ਆਉਂਦਾ। ਹਨੇਰੇ ਵਿੱਚ ਲਾਈਟ ਬੈਟਰੀ ਕੰਮ ਕਰ ਜਾਂਦੀ ਹੈ। ਕਹਿਣ ਤੋਂ ਭਾਵ ਕਿ ਜ਼ੁਲਮ ਐਡਾ ਸੀ, ਪਾਪ ਇੰਨਾ ਸੀ, ਧੱਕਾਸ਼ਾਹੀ ਇੰਨੀ ਸੀ, ਸਮਾਜ ਦਾ ਹਾਲਾਤ ਐਵੇਂ ਦੇ ਸਨ ਵੀ ਕੋਈ ਕਿਸੇ ਨੂੰ ਕਹਿਣ ਦੀ ਹਿੰਮਤ ਹੀ ਨਹੀਂ ਸੀ ਰੱਖਦਾ ਵੀ ਇਹ ਸਾਰਾ ਵਰਤਾਰਾ ਕੀ ਵਰਤ ਰਿਹਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ, ਨਾਮ ਨਾਲ ਜੋੜ ਕੇ ਸੰਸਾਰ ਦਾ ਪਾਰ ਉਤਾਰਾ ਕੀਤਾ। ਇਸ ਲਈ ਨਾਮ ਜਪਣਾ, ਅੰਮ੍ਰਿਤ ਵੇਲੇ ਉੱਠਣਾ ਸਭ ਲਈ ਲਾਜ਼ਮੀ ਹੈ। ਗੁਰੂ ਘਰਾਂ ਵਿੱਚ ਪਾਠ ਹੁੰਦਾ ਹੈ, ਮਸੀਤਾਂ ਵਿੱਚੋਂ ਵੀ ਆਵਾਜ਼ ਆਉਂਦੀ ਹੈ ਤੇ ਮੰਦਿਰਾਂ ਵਿੱਚੋਂ ਵੀ ਆਵਾਜ਼ ਆਉਂਦੀ ਹੈ। ਅੰਮ੍ਰਿਤ ਵੇਲੇ ਸਭ ਲਈ ਉੱਠਣਾ ਜ਼ਰੂਰੀ ਹੈ, ਭਾਵੇਂ ਕੋਈ ਕਿਸੇ ਵੀ ਧਰਮ ਨੂੰ ਮੰਨਦਾ ਹੈ। ਜਿਹਨੂੰ ਕੋਈ ਮੰਨਦਾ ਹੈ ਉਹ ਅੰਮ੍ਰਿਤ ਵੇਲੇ ਉੱਠ ਕੇ ਉਹਦੀ ਇਬਾਦਤ ਜ਼ਰੂਰ ਕਰੇ, ਉਹਦਾ ਨਾਮ ਜ਼ਰੂਰ ਜਪੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਨਾਮ ਦੇ ਨਾਲ ਸੰਸਾਰ ਦਾ ਪਾਰ ਉਤਾਰਾ ਕੀਤਾ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।